ਡੀਅਰ ਸਟੂਡੈਂਟ, ਪਿਛਲੇ ਲੈਕਚਰ ਦੇ ਵਿੱਚ ਅਸੀਂ ਇੰਪਲਸ ਬਾਰੇ ਜਿਹੜਾ ਆਪਾਂ ਡਿਸਕਸ ਕਰ ਰਹੇ ਸੀ ਕਿ ਇੰਪਲਸ ਇਜ਼ ਗਿਵਨ ਬਾय ਦਾ ਪ੍ਰੋਡਕਟ ਆਫ the force and the time for which the force act on the body. ਇਹਦਾ ਅਸੀਂ ਫਾਰਮੂਲਾ ਡਿਸਕਸ ਕੀਤਾ ਹੈ ਕਿ I is equal to F multiply by T. ਅਸੀਂ ਇਹ ਵੀ ਡਿਸਕਸ ਕੀਤਾ ਸੀ ਕਿ ਜਿਹੜੀ ਇਹ ਫੋਰਸ ਹੈ ਜਿਹਨੂੰ ਅਸੀਂ ਇੰਪਲਸਿਵ ਫੋਰਸ ਕਹਿੰਦੇ ਆ, it varies from maximum to minimum. ਜਦੋਂ ਫੋਰਸ ਲੱਗਦੀ ਹੈ ਪਹਿਲਾਂ ਉਹ ਮੈਕਸਿਮਮ ਹੁੰਦੀ ਹੈ, ਬਾਅਦ ਵਿੱਚ ਉਹ ਘਟਦੀ ਉਹ ਜਿਹੜੀ ਹੈ ਜ਼ੀਰੋ ਹੋ ਜਾਂਦੀ ਹੈ। ਕਹਿਣ ਦਾ ਮਤਲਬ ਕਿ ਜਿਹੜੀ ਇਹ ਫੋਰਸ ਅਪਲਾਈਡ ਸੀਗੀ ਸਾਡੀ ਉਹ ਹੈਗੀ ਆ ਵੇਰੀਏਬਲ। ਇਸ ਨੂੰ ਅਸੀਂ ਕਨਸਟੈਂਟ ਕਰਨ ਵਾਸਤੇ ਕੀ ਕੀਤਾ ਸੀ ਕਿ F ਦੇ ਥੱਲੇ ਅਸੀਂ ਲਿਖਦੇ ਸੀ ਐਵਰੇਜ। ਵੀ ਟੇਕ ਦਾ ਐਵਰੇਜ ਫੋਰਸ। ਜਦੋਂ ਅਸੀਂ ਐਵਰੇਜ ਫੋਰਸ ਲੈਂਦੇ ਆ then the force will be taken as a constant and impulse is given by average force multiplied by T. T is the time for which the force act on the body. ਉਸ ਤੋਂ ਬਾਅਦ ਅਸੀਂ ਜੇ ਇਹਨੂੰ ਵੈਕਟਰ ਫਾਰਮ ਚ ਕਰਨਾ ਹੋਵੇ ਤੇ I ਦੇ ਉੱਪਰ ਜਿਹੜਾ ਹੈ ਉਹ ਵੈਕਟਰ ਆਏਗਾ ਕਿਉਂਕਿ ਇੰਪਲਸ ਇਜ਼ ਅ ਵੈਕਟਰ ਕੁਆਂਟੀਟੀ ਤੇ ਇਧਰੋਂ ਸਾਡੇ ਕੋਲ ਸਿਰਫ ਤੇ ਸਿਰਫ ਜਿਹੜਾ ਵੈਕਟਰ ਅਸੀਂ ਪਾਵਾਂਗੇ ਕਿਹਦੇ ਉੱਤੇ ਪਾਵਾਂਗੇ, ਫੋਰਸ ਦੇ ਉੱਪਰ, ਬਿਕੋਜ਼ ਫੋਰਸ ਜਿਹੜੀ ਹੈ ਉਹ ਸਾਡੀ ਇੱਕ ਵੈਕਟਰ ਕੁਆਂਟੀਟੀ ਹੈ। T ਦੇ ਉੱਪਰ ਜਿਹੜਾ ਹੈ ਉਹ ਵੈਕਟਰ ਨਹੀਂ ਆਏਗਾ। ਨਾਓ ਇਹਦਾ ਅਸੀਂ ਯੂਨਿਟ ਵੀ ਡਿਸਕਸ ਕੀਤਾ ਸੀ ਕਿ ਇਹਦਾ ਜਿਹੜਾ ਯੂਨਿਟ ਆਉਂਦਾ ਹੈ it is Newton second. ਫੋਰਸ ਹੋ ਗਈ ਨਿਊਟਨ ਚ ਤੇ ਟਾਈਮ ਹੋ ਗਿਆ ਸਾਡੇ ਕੋਲ ਸੈਕੰਡ ਦੇ ਵਿੱਚ। ਇੰਪਲਸ ਦਾ ਜਿਹੜਾ ਯੂਨਿਟ ਹੈ ਨਿਊਟਨ ਸੈਕੰਡ। ਇਸ ਤੋਂ ਬਾਅਦ ਅਸੀਂ ਇੱਕ ਆਰਟੀਕਲ ਪ੍ਰੂਵ ਕੀਤਾ ਸੀ ਕਿ ਇੰਪਲਸ ਇਜ਼ ਇਕੁਅਲ ਟੂ P2 P1। ਇੱਥੇ ਜਾ ਕੇ ਸਾਡਾ ਜਿਹੜਾ ਲਾਸਟ ਲੈਕਚਰ ਜਿਹੜਾ ਸੀ ਉਹ ਫਿਨਿਸ਼ ਹੋ ਗਿਆ ਸੀ ਕਿ ਇੰਪਲਸ ਇਜ਼ ਇਕੁਅਲ ਟੂ P2 P1। ਨਾਓ what is P2 P1? It is the change in momentum. ਜਿਹੜਾ ਸਾਡਾ ਲੀਨੀਅਰ ਮੋਮੈਂਟਮ ਹੈ ਉਹਦੇ ਵਿੱਚ ਜਿਹੜੀ ਚੇਂਜ ਆਈ ਉਸ ਨੂੰ ਅਸੀਂ ਬੋਲਦੇ ਹਾਂ ਇੰਪਲਸ। ਇੰਪਲਸ ਇਜ਼ ਇਕੁਅਲ ਟੂ ਚੇਂਜ ਇਨ ਲੀਨੀਅਰ ਮੋਮੈਂਟਮ ਐਂਡ ਦਿਸ ਇਕੁਏਸ਼ਨ ਇਜ਼ ਆਲਸੋ ਕਾਲਡ, ਇਸ ਨੂੰ ਅਸੀਂ ਜਿਹੜਾ ਹੈ ਇੰਪਲਸ ਮੋਮੈਂਟਮ ਥਿਊਰਮ ਵੀ ਬੋਲਦੇ ਹਾਂ। ਇੰਪਲਸ ਮੋਮੈਂਟਮ ਥਿਊਰਮ। ਇੰਪਲਸ ਮੋਮੈਂਟਮ ਥਿਊਰਮ ਦਾ ਮਤਲਬ ਕਿ ਇੰਪਲਸ ਇਜ਼ ਇਕੁਅਲ ਟੂ ਚੇਂਜ ਇਨ ਲੀਨੀਅਰ ਮੋਮੈਂਟਮ। ਜਦੋਂ ਵੀ ਕਿਸੇ ਬਾਡੀ ਉੱਪਰ ਕਿੰਨੀ ਇੰਪਲਸ ਲੱਗੀ ਉਹਨੂੰ ਮੈਜ਼ਰ ਕਰਨਾ ਹੋਵੇ, ਉਹਦੇ ਮੋਮੈਂਟਮ ਵਿੱਚ ਕਿੰਨੀ ਚੇਂਜ ਆਈ ਉਹਨੂੰ ਫਾਈਂਡ ਆਊਟ ਕਰ ਲਓ। ਜਦੋਂ ਮੋਮੈਂਟਮ ਤੇ ਚੇਂਜ ਪਤਾ ਲੱਗ ਗਈ ਤਾਂ ਸਾਡੇ ਕੋਲ ਜਿਹੜਾ ਹੈ ਇੰਪਲਸ ਬਾਰੇ ਸਾਨੂੰ ਆਟੋਮੈਟਿਕਲੀ ਜਿਹੜਾ ਹੈ ਉਹ ਪਤਾ ਲੱਗ ਜਾਏਗਾ। ਦਿਸ ਇਜ਼ ਕਾਲਡ ਇੰਪਲਸ ਮੋਮੈਂਟਮ ਥਿਊਰਮ। ਇਹਨੂੰ ਅਸੀਂ ਲਾਸਟ ਲੈਕਚਰ ਦੇ ਵਿੱਚ ਅਸੀਂ ਇਹਨੂੰ ਪ੍ਰੂਵ ਕੀਤਾ ਸੀ। ਨਾਓ ਨੈਕਸਟ ਜਿਹੜਾ ਸਾਡਾ ਮੇਨ ਟੌਪਿਕ ਹੈ, ਪਹਿਲਾਂ ਅਸੀਂ ਮੇਨ ਜਿਹੜੀ ਕਰਨੀ ਹੈ ਵੈਸੇ ਐਪਲੀਕੇਸ਼ਨ। ਥੋੜਾ ਜਿਹਾ ਕੰਮ ਜਿਹੜਾ ਹੈ ਇੰਪਲਸ ਬਾਰੇ ਹੋਰ ਰਹਿ ਗਿਆ, ਆਓ ਪਹਿਲਾਂ ਉਹਨੂੰ ਵੀ ਡਿਸਕਸ ਕਰ ਲਈਏ। ਮੰਨ ਲਓ ਕਿ ਅਸੀਂ ਇੱਕ ਗ੍ਰਾਫ ਪਲਾਟ ਕਰਦੇ ਹਾਂ ਟਾਈਮ ਦੇ ਵਿੱਚ ਤੇ ਫੋਰਸ ਦੇ ਵਿੱਚ। ਮੰਨ ਲਓ ਕਿ ਫੋਰਸ ਟਾਈਮ ਗ੍ਰਾਫ ਹੈ। ਜਦੋਂ ਬਾਡੀ ਉੱਪਰ ਫੋਰਸ ਐਕਟ ਕਰ ਰਹੀ ਹੈ ਤੇ ਕਿੰਨਾ ਚਿਰ ਉਹ ਫੋਰਸ ਐਕਟ ਕੀਤੀ ਉਹ ਟਾਈਮ ਨੋਟ ਕਰਕੇ ਅਸੀਂ ਉਹਦਾ ਗ੍ਰਾਫ ਪਲਾਟ ਕਰੀਏ। ਨਾਓ ਸਪੋਜ਼ ਪਹਿਲਾ ਕੇਸ ਸਾਡੇ ਕੋਲ ਜਿਹੜਾ ਹੈ ਮੰਨ ਕੇ ਚੱਲਣ ਲੱਗੇ ਆ, ਸਪੋਜ਼ ਕਿ ਸਾਡੀ ਜਿਹੜੀ ਫੋਰਸ ਹੈ ਇਟ ਇਜ਼ ਕਾਂਸਟੈਂਟ। ਮੰਨ ਲਓ ਕਿ ਸਾਡੀ ਜਿਹੜੀ ਫੋਰਸ ਹੈ ਕਾਂਸਟੈਂਟ ਹੈ, ਉਹਦੀ ਵੈਲਿਊ ਹਰ ਇੱਕ ਟਾਈਮ ਤੇ ਸੇਮ ਹੈ। then what will be the shape of the graph? ਮੰਨ ਲਓ ਵੀ ਫੋਰਸ ਸਾਡੀ ਇੰਨੀ ਵੈਲਿਊ ਜਿਹੜੀ ਹੈ ਇਟ ਇਜ਼ ਅ ਵੈਲਿਊ ਆਫ ਫੋਰਸ F ਤੇ ਇਹਦੀ ਵੈਲਿਊ ਕਾਂਸਟੈਂਟ ਹੈ, ਕਹਿਣ ਦਾ ਮਤਲਬ ਟਾਈਮ ਬੀਤੀ ਜਾਏਗਾ, ਬਟ ਫੋਰਸ ਦੀ ਵੈਲਿਊ ਹਰ ਟਾਈਮ ਦੇ ਉੱਤੇ ਜਿਹੜੀ ਹੈ ਉਹ ਸੇਮ ਰਹੇਗੀ। then graph will be a straight line parallel to the time axis. ਇਸ ਟਾਈਮ ਤੇ ਅਸੀਂ ਚੈੱਕ ਕਰਦੇ ਹਾਂ, ਮੰਨ ਲਓ ਇੱਥੇ ਟਾਈਮ ਹੈ ਸਾਡੇ ਕੋਲ T1, ਇੱਥੇ ਦੇਖੋਗੇ ਤੇ ਤੁਹਾਡੇ ਕੋਲ ਜਿਹੜੀ ਹੈ
फोर्स की वैल्यू जी कि आएगी F। नेक्स्ट टाइम साढ़े को मान लो कितना हो गया T2। देन अगेन इफ वी फाइंड द वैल्यू ऑफ फोर्स ऑलवेज रिमेन इक्वल टू F। ਇਹ याद रखना है जदों भी असी किसी चीज विच असी ग्राफ बनाने हैं, जे एक चीज कांस्टेंट है देन द ग्राफ जेड़ा होएगा वो दूजी एक्सिस से की आएगा, वो पैरेलल आएगा। नाउ दिस इज द शेप ऑफ द ग्राफ। नाउ what will be the area under these 2 points corresponding to time t1 and t2? ਇਹ ਜਿਹੜਾ ਏਰੀਆ ਕਿਵੇਂ ਅਸੀਂ ਫਾਈਂਡ ਕਰਾਂਗੇ? ਨਾਓ ਏਰੀਆ ਫਾਈਂਡ ਕਰਨ ਦਾ ਮੈਥਡ ਸਾਨੂੰ ਪਤਾ ਹੈ, ਏਰੀਆ ਆਫ ਰੈਕਟੈਂਗਲ। ਏਰੀਆ ਆਫ ਰੈਕਟੈਂਗਲ, ਰੈਕਟੈਂਗਲ ਦਾ ਜਦੋਂ ਏਰੀਆ ਨਿਕਾਲਣਾ ਹੈ, ए बी इथे पॉइंट लिखता सी, इथे लिखता सी डी। आ हैगी साडी रैक्टेंगल, एदा असी फाइंड आउट करना है एरिया। एरिया ऑफ रैक्टेंगल ए बी सी डी। हाँ जी, हाउ टू फाइंड एरिया ऑफ रैक्टेंगल? लेंथ नू असी ब्रेड्थ दे नाल मल्टीप्लाई करांगे। एक नू लेंथ ले लो, एक नू असी ब्रेड्थ ले लेने। लेंथ कितनी है साडी? सपोज इट इज इक्वल टू AD। दिस इज द लेंथ। नाउ दिस इज द ब्रेड्थ। ब्रेड्थ केड़ी है साडे कोल? इट इज BC। लेंथ मल्टीप्लाई बाय ब्रेड्थ, देन वी विल गेट AD into DC। नाउ व्हाट इज AD? AD सानू दसेगी फोर्स दी वैल्यू। एदा मतलब साडा जेड़ा एरिया आएगा इट इज इक्वल टू F। AD जेड़ा है फोर्स अप्लाइड जेड़ी कांस्टेंट है। ते नाउ व्हाट इज DC? ए DC कितना आएगा? इथों तक टाइम कितना है? T1। देखो O तो लैके D तक टाइम T1, O तो लैके C तक टाइम T2। ते सानू सिर्फ आ वाला टाइम चाहिए D तो C। देन इट विल बिकम T2 विचों असी माइनस कितना कर देंगे? T1। देयरफॉर द वैल्यू विल बिकम T2 माइनस T1। इट इज अ एरिया, फोर्स मल्टीप्लाई बाय द टाइम इंटरवल। नाउ ਇਹ फोर्स हो गई, इनू असी जिहड़ा है अपनी वालों T पुट किया। हेयर इथे साइड से लिखांगे हेयर T2 माइनस T1 इज इक्वल टू T। जिहड़ा T2 माइनस T1 है इनू आपां शॉर्टकट च अपनी वालों कितना कहता T। ਇਹਦਾ मतलब जिहड़ा साडा एरिया है रैक्टेंगल दा फोर्स इनटू T। देन व्हाट इज F इनटू T? F इनटू T साडे कोल की हुंदा है? इंपल्स। इट मीन्स area of rectangle is equal to साडे कोल की दे इक्वल आ गया? हाँ जी, इंपल्स दे जिहड़ा है वो इक्वल आ गया। हुण तुसीं ये याद रखना है कि जदों भी ग्राफ होए फोर्स ते टाइम दे विच, ओदा एक फायदा है, इस फोर्स टाइम ग्राफ तो यू कैन कैलकुलेट द इंपल्स ऑफ दी बॉडी। किसी बॉडी ऊपर जिहड़ी है इंपल्स कितनी लगी वो असी कैलकुलेट कर सकते हैं। जस्ट किस तरह वो जिहड़ा ग्राफ है उस ग्राफ दे अंडर सिर्फ ते सिर्फ तुसी कैलकुलेट करना है एरिया, एंड दैट एरिया विल गिव यू द आइडिया ऑफ द इंपल्स। वो सानू जिहड़ा है इंपल्स बारे जिहड़ा वो दसेगा। नाउ ਇਹ वाला केस सीगा जदों फोर्स सीगी साडी कांस्टेंट। इन्ना सानू पता लग गया कि फोर्स ते टाइम च ग्राफ होवे ते असी एरिया फाइंड करके इंपल्स निकालांगे। ਇਹ ਕਿਹੜਾ केस सीगा? जदों फोर्स सीगी साडी कांस्टेंट। मान लो कि साडी जिहड़ी फोर्स है वो कांस्टेंट नहीं है। जिस तरह सानू पता है कि फोर्स साडी वेरीएबल है, पहला मैक्सिमम बाद चों घटदी घटदी वो 0 हो जाती है। मान लो कि फोर्स जिहड़ी है वो साडे कोल हैगी आ वेरीएबल, वो चेंज हो रही है। देन व्हाट विल बी द शेप ऑफ द ग्राफ? ग्राफ ते असी फोर्स ते टाइम दे विच ही बनाना है। देन व्हाट विल बी द शेप ऑफ द ग्राफ? द ग्राफ विल बी लाइक दिस। पहला फोर्स वधदी गई वधदी गई वधदी वधदी मैक्सिमम, उस तो बाद फोर्स घटदी घटदी जिहड़ी है साडे कोल कितनी हो गई? 0।
ਪਹਿਲਾਂ ਫੋਰਸ ਵਧੀ ਮੈਕਸਿਮਮ, ਉਸ ਤੋਂ ਬਾਅਦ ਘਟਦੀ ਜਿਹੜੀ ਹੈ ਸਾਡੇ ਕੋਲ ਆ ਗਈ 0। ਇਟ ਇਜ਼ ਦਾ ਗ੍ਰਾਫ ਬਿਟਵੀਨ ਫੋਰਸ ਐਂਡ ਟਾਈਮ, ਬਟ ਫੋਰਸ ਇਜ਼ ਨਾਓ ਵੇਰੀਏਬਲ। ਬਟ ਪਿੱਛੇ ਅਸੀਂ ਕੀ ਸਟੱਡੀ ਕੀਤਾ ਹੈ ਕਿ ਜਦੋਂ ਵੀ F ਤੇ T ਦੇ ਵਿੱਚ ਗ੍ਰਾਫ ਹੋਏ ਉਹਦਾ ਇੱਕ ਫਾਇਦਾ ਹੈ, ਉਹਦੀ ਇੱਕ ਇੰਪੋਰਟੈਂਸ ਹੈ ਕਿ ਉਹਦੇ ਅੰਡਰ ਏਰੀਆ ਫਾਈਂਡ ਕਰੋ ਗ੍ਰਾਫ ਦੇ ਅੰਡਰ, ਤੇ ਸਾਨੂੰ ਜਿਹੜਾ ਹੈ ਇੰਪਲਸ ਬਾਰੇ ਪਤਾ ਲੱਗੇਗਾ। ਪਿਛਲੇ ਕੇਸ ਵਿੱਚ ਤੇ ਸਾਨੂੰ ਸਿੱਧੀ ਰੈਕਟੈਂਗਲ ਬਣ ਗਈ, ਰੈਕਟੈਂਗਲ ਦਾ ਏਰੀਆ ਅਸੀਂ ਸਿੱਧਾ ਨਿਕਾਲ ਲਿਆ, ਲੈਂਥ ਇਨਟੂ ਬ੍ਰੈਡਥ। ਬਟ ਨਾਓ ਇੱਥੇ ਕੋਈ ਗ੍ਰਾਫ ਦੀ ਸਾਡੇ ਕੋਲ ਸ਼ੇਪ ਨਹੀਂ ਬਣੀ, ਨਾ ਕੋਈ ਰੈਕਟੈਂਗਲ ਹੈ, ਨਾ ਕੋਈ ਸਕੁਅਰ ਹੈ, ਨਾ ਕੋਈ ਰੋਮਬਸ ਹੈ, ਕੋਈ ਸ਼ੇਪ ਨਹੀਂ ਆ ਰਹੀ। ਹਾਊ ਟੂ ਕੈਲਕੂਲੇਟ ਦਾ ਏਰੀਆ ਆਫ ਡੈਟ ਪੋਰਸ਼ਨ, ਇਹਦਾ ਹੁਣ ਅਸੀਂ ਏਰੀਆ ਕਿਸ ਤਰ੍ਹਾਂ ਨਿਕਾਲੀਏ। ਜੇ ਏਰੀਆ ਨਿਕਾਲ ਲਵਾਂਗੇ ਤੇ ਸਾਡੇ ਕੋਲ ਇੰਪਲਸ ਜਿਹੜੀ ਹੈ ਉਹ ਪਤਾ ਲੱਗ ਜਾਏਗੀ। ਨਾਓ ਇਹਦਾ ਇੱਕ ਮੈਥਡ ਹੈ, ਦੇਖੋ ਅਸੀਂ ਕੀ ਕਰਦੇ ਹਾਂ, ਇਸ ਪੂਰੇ ਏਰੀਏ ਨੂੰ ਲਾਰਜ ਨੰਬਰ ਆਫ ਸਮਾਲ ਪਾਰਟਸ ਵਿੱਚ ਜਿਹੜਾ ਡਿਵਾਈਡ ਕਰ ਦਿੰਦੇ ਆ। ਦੇਖੋ ਇਸ ਪੂਰੇ ਏਰੀਏ ਨੂੰ ਲਾਰਜ ਨੰਬਰ ਆਫ ਸਮਾਲ ਸਟ੍ਰਿਪਸ, ਦੇਖੋ ਇਹਦੇ ਵਿੱਚ ਜਿਹੜਾ ਹੈ ਮੈਂ ਪੂਰੇ ਏਰੀਏ ਨੂੰ ਜਿਹੜਾ ਹੈ ਉਹ ਡਿਵਾਈਡ ਕਰ ਦਿੱਤਾ। ਬਹੁਤ ਜ਼ਿਆਦਾ ਅੰਦਰ ਮੈਂ ਜਿਹੜੀਆਂ ਸਟ੍ਰਿਪਸ ਜਿਹੜੀਆਂ ਇਹਦੇ ਅੰਦਰ ਬਣਾਤੀਆਂ, ਪੂਰਾ ਏਰੀਆ ਡਿਵਾਈਡ ਕਰਤਾ, ਜਿਹਦੇ ਵਿੱਚੋਂ ਤੁਸੀਂ ਮੰਨ ਲਓ ਵੀ ਆਹ ਇੱਕ ਸਾਡੇ ਕੋਲ ਸਟ੍ਰਿਪ ਲੈ ਲਈ ਵਿੱਚੋਂ ਮੈਂ, ਦੇਖੋ ਆਹ ਵਾਲੀ ਜਿਹੜੀ ਮੈਂ ਥੋੜੀ ਜਿਹਨੂੰ ਡਾਰਕ ਕਰਤਾ, ਇਹ ਵਿੱਚੋਂ ਮੈਂ ਇੱਕ ਸਟ੍ਰਿਪ ਲੈ ਲੈਣਾ ਵਿੱਚੋਂ ਪਹਿਲਾਂ। ਨਾਓ ਯੂ ਵਿਲ ਸੀ ਦਾ ਸਟ੍ਰਿਪ ਜਿਹੜੀ ਹੈ, ਆਹ ਛੋਟੀ ਜੀ ਜਿਹੜੀ ਸਟ੍ਰਿਪ ਹੈ, ਇਹਦੀ ਜਿਹੜੀ ਸ਼ੇਪ ਹੈ ਉਹ ਤੁਹਾਡੀ ਬਣੇਗੀ ਰੈਕਟੈਂਗਲ ਵਰਗੀ। ਇਹ ਸਮਾਲ ਸਟ੍ਰਿਪ ਜਿਹੜੀ ਲਈ ਅਸੀਂ, ਇਹਦੀ ਜਿਹੜੀ ਸ਼ੇਪ ਆਏਗੀ ਤੁਹਾਡੇ ਕੋਲ ਰੈਕਟੈਂਗੂਲਰ ਆਏਗੀ। ਨਾਓ ਇਹ ਵਾਲਾ ਜਿਹੜਾ ਉਹਦੀ ਚੌੜਾਈ ਹੈ, ਆਹ ਸਟ੍ਰਿਪ ਦੀ ਜਿਹੜੀ ਚੌੜਾਈ ਹੋਏਗੀ, ਇਹ ਸਾਨੂੰ ਦੱਸੇਗੀ ਟਾਈਮ ਬਾਰੇ, ਤੇ ਇਹ ਟਾਈਮ ਆਏਗਾ ਸਾਡੇ ਕੋਲ dt, ਵੈਰੀ ਸਮਾਲ ਟਾਈਮ। ਥੋੜੇ ਜੇ ਟਾਈਮ ਬਾਅਦ ਇੰਨੀ ਕੁ ਉਹਦੀ ਜਿਹੜੀ ਹੈ ਵਿਡਥ ਆ ਗਈ dt। ਅਸੀਂ ਜਦੋਂ ਪਹਿਲਾਂ ਇੱਥੇ ਸੀਗੀ A ਤੇ ਇੱਥੇ ਪਹੁੰਚੇ ਅਸੀਂ B, ਇਸ ਸਮਾਲ ਟਾਈਮ ਦੇ ਵਿੱਚ A ਤੋਂ B ਜਾਂਦਿਆਂ ਸਾਡੀ ਫੋਰਸ ਵਿੱਚ ਕਿੰਨਾ ਕੁ ਫਰਕ ਪਏਗਾ। ਕਿਤੇ ਫੋਰਸ ਸਾਡੀ ਵੇਰੀਏਬਲ ਹੈ, ਬਟ ਵੀ ਆਰ ਟੇਕਿੰਗ ਵੈਰੀ ਸਮਾਲ ਟਾਈਮ ਇੰਟਰਵਲ। ਇੰਨਾ ਸਮਾਲ ਟਾਈਮ ਅਸੀਂ ਲੈ ਰਹੇ ਹਾਂ ਕਿ ਜਿੰਨੀ ਫੋਰਸ ਸਾਡੀ A ਤੇ ਹੋਏਗੀ, ਲਗਭਗ ਓਨੀ ਹੀ ਫੋਰਸ ਜਿਹੜੀ ਹੈ ਸਾਨੂੰ ਕਿੱਥੇ ਮਿਲੇਗੀ, B ਪੁਆਇੰਟ ਤੇ ਮਿਲੇਗੀ। ਕਹਿਣ ਦਾ ਮਤਲਬ A ਇੱਥੋਂ ਲੈ ਕੇ ਇੱਥੋਂ ਤੱਕ ਟੋਟਲ ਸਾਡੀ ਜਿਹੜੀ ਹੈ ਉਹ ਫੋਰਸ ਆਏਗੀ that can be taken as constant। ਜਦੋਂ ਅਸੀਂ ਇਹਨੂੰ ਸਮਾਲ ਪਾਰਟਸ ਵਿੱਚ ਵੰਡ ਦਾਂਗੇ ਉਦੋਂ ਅਸੀਂ ਜਿਹੜੀ ਹੈ ਫੋਰਸ ਨੂੰ ਕਾਂਸਟੈਂਟ ਮੰਨ ਸਕਦੇ ਹਾਂ। ਤੇ ਆਪਾਂ ਬੇਟਾ ਏਰੀਆ ਕਿਵੇਂ ਨਿਕਾਲਾਂਗੇ, ਏਰੀਆ ਆਫ ਰੈਕਟੈਂਗੂਲਰ ਸ਼ੀਟ, ਇਹ ਜਿਹੜੀ ਰੈਕਟੈਂਗੂਲਰ ਛੋਟੀ ਜਿਹੀ ਇੱਕ ਸਟ੍ਰਿਪ ਬਣੀ ਹੈ, ਸ਼ੀਟ ਲਿਖ ਲਓ ਜਾਂ ਇੱਥੇ ਲਿਖ ਲਓ ਸਟ੍ਰਿਪ, ਏਰੀਆ ਆਫ ਰੈਕਟੈਂਗੂਲਰ ਸਟ੍ਰਿਪ। ਉਹਦਾ ਏਰੀਆ ਕਿਵੇਂ ਕੱਢਾਂਗੇ, ਲੈਂਥ ਨੂੰ ਬ੍ਰੈਡਥ ਨਾਲ ਮਲਟੀਪਲਾਈ ਕਰਾਂਗੇ। ਲੈਂਥ ਕਿਹੜੀ ਹੋ ਗਈ ਸਾਡੇ ਕੋਲ ਆ ਗਈ f ਮਲਟੀਪਲਾਈ ਬਾय ਬ੍ਰੈਡਥ, ਤੇ ਇਹਦੀ ਬ੍ਰੈਡਥ ਕਿੰਨੀ ਹੈਗੀ ਸਾਡੇ ਕੋਲ dt, ਇਹ ਸਾਡੇ ਕੋਲ ਆ ਜਾਏਗਾ ਫੋਰਸ ਇਨਟੂ dt। ਨਾਓ ਕੀ ਇੱਕ ਹੀ ਸਟ੍ਰਿਪ ਹੈਗੀ ਹੈ, ਨਹੀਂ, ਇਸ ਪੂਰੇ ਏਰੀਆ ਵਿੱਚ ਬਹੁਤ ਜ਼ਿਆਦਾ ਇਸ ਤਰ੍ਹਾਂ ਦੀਆਂ ਜਿਹੜੀਆਂ ਨੇ ਸਟ੍ਰਿਪਸ ਜਿਹੜੀਆਂ ਬਣਨਗੀਆਂ। ਤੇ ਜੇ ਹਰ ਇੱਕ ਸਟ੍ਰਿਪ ਦਾ ਏਰੀਆ ਨਿਕਾਲ ਲਿਆ ਜਾਏ ਤੇ ਸਾਰੇ ਏਰੀਆਜ਼ ਨੂੰ ਪਲੱਸ ਕਰ ਲਿਆ ਜਾਏ, ਫਿਰ ਸਾਡੇ ਕੋਲ ਜਿਹੜਾ ਹੈ ਇਹ ਟੋਟਲ ਜਿਹੜਾ ਸਾਡੇ ਕੋਲ ਉਹ ਏਰੀਆ ਨਿਕਲ ਸਕਦਾ ਹੈ। ਨਾਓ ਇਹ ਤੇ ਹੈਗਾ ਇੱਕ ਸਟ੍ਰਿਪ ਦਾ ਏਰੀਆ, ਇੱਕ ਸਿੰਗਲ ਸਟ੍ਰਿਪ ਦਾ ਏਰੀਆ ਨਿਕਾਲਿਆ, ਤੇ ਇਹਦਾ ਮਤਲਬ ਜਿਹੜਾ ਹੈ ਸਾਡੇ ਕੋਲ ਟੋਟਲ ਏਰੀਆ, ਸਾਡੇ ਕੋਲ ਜਿਹੜਾ ਟੋਟਲ ਏਰੀਆ ਕਿਵੇਂ ਨਿਕਾਲੋਗੇ, ਜਿਹੜਾ ਇੱਕ ਸਟ੍ਰਿਪ ਦਾ ਏਰੀਆ ਹੈ ਅਸੀਂ ਕਰ ਦਾਂਗੇ ਨਾਲ ਇਹਨੂੰ ਇੰਟੈਗਰੇਟ। ਇੰਟੈਗਰੇਟ ਬੇਟਾ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਜਦੋਂ ਅਸੀਂ ਟੋਟਲ ਚੇਂਜ ਨਿਕਾਲਣੀ ਹੁੰਦੀ ਹੈ ਉਦੋਂ ਅਸੀਂ ਇੰਟੈਗਰੇਸ਼ਨ ਨੂੰ ਵਰਤਦੇ ਹਾਂ। ਸੁਮੇਸ਼ਨ, ਜਿਵੇਂ ਸਮ ਨਿਕਾਲਣਾ ਹੁੰਦਾ, ਟੋਟਲ ਕੱਢਣਾ ਹੋਵੇ, ਉਦੋਂ ਅਸੀਂ ਇੰਟੈਗਰੇਸ਼ਨ ਵਰਤਦੇ ਹਾਂ। ਇਹ ਜਿਹੜੀਆਂ ਸਟ੍ਰਿਪਸ ਇੰਨੀਆਂ ਜ਼ਿਆਦਾ ਏ ਕਿ ਅਸੀਂ ਜਿਹੜਾ ਹੈ ਇੰਟੈਗਰੇਸ਼ਨ ਮੈਥਡ ਜਿਹੜਾ ਲਗਾ ਕੇ, ਠੀਕ ਹੈ, ਕੰਟੀਨਿਊਅਸ ਨੇ ਉਹ ਮੈਥਡ ਲਗਾ ਕੇ ਅਸੀਂ ਇਹਨੂੰ ਫਾਈਂਡ ਕਰਾਂਗੇ। ਨਾਓ ਕਿੱਥੋਂ ਕਿੱਥੋਂ ਤੱਕ, ਸਪੋਜ਼ T1 ਇੱਥੇ ਹੈ,
ਲਾਸਟ ਇੱਥੇ T2 ਹੈ, ਇਟ ਮੀਨਸ T1 to T2 ਸਾਡੇ ਕੋਲ ਹੈ ਟੋਟਲ ਏਰੀਆ ਆ ਜਾਏਗਾ, ਇੱਥੋਂ ਲੈ ਕੇ ਇੱਥੋਂ ਤੱਕ ਸਾਡੇ ਕੋਲ ਆ ਜਾਏਗੀ ਟੋਟਲ ਏਰੀਆ। ਨਾਓ ਵਾਟ ਇਜ਼ ਫੋਰਸ ਇਨਟੂ ਟਾਈਮ? ਨਾਓ ਫੋਰਸ ਨੂੰ ਜਦੋਂ ਟਾਈਮ ਨਾਲ ਮਲਟੀਪਲਾਈ ਕਰੋਗੇ ਤੇ ਸਾਡੇ ਕੋਲ ਜਿਹੜੀ ਹੈ ਉਹ ਵੈਲਿਊ ਕਾਦੀ ਆਉਂਦੀ ਹੈ? ਇੰਪਲਸ ਦੀ। ਇਸ ਤਰ੍ਹਾਂ ਤੁਸੀਂ ਜਿਹੜੇ ਹੈ ਇੰਪਲਸ ਨੂੰ ਏਰੀਏ ਤੋਂ ਅਸੀਂ ਕੈਲਕੂਲੇਟ ਕਰ ਸਕਦੇ ਹਾਂ। ਨਾਓ ਆਈ ਥਿੰਕ ਕਿ ਤੁਹਾਨੂੰ ਇੱਥੋਂ ਤੱਕ ਜਿਹੜਾ ਹੈ ਟੌਪਿਕ ਕਲੀਅਰ ਹੋ ਗਿਆ। ਹੁਣ ਮੈਨੂੰ ਆ ਦੱਸੋ ਕਿ ਇੰਪਲਸ ਮੋਮੈਂਟਮ ਥਿਊਰਮ ਕੀ ਕਹਿੰਦੀ ਹੈ ਕਿ ਜਦੋਂ ਵੀ ਮੋਮੈਂਟਮ ਦੇ ਵਿੱਚ ਚੇਂਜ ਆ ਗਿਆ, ਜਦੋਂ ਵੀ ਮੋਮੈਂਟਮ 'ਚ ਚੇਂਜ ਆਇਆ, ਇਟ ਮੀਨਸ ਇੰਪਲਸ ਜਿਹੜੀ ਹੈ ਤੁਸੀਂ ਮੈਜ਼ਰ ਕਰ ਸਕਦੇ ਹੋ। ਇੰਪਲਸ ਜਿਹੜੀ ਹੈ ਇਟ ਆਲਵੇਜ਼ ਬ੍ਰਿੰਗ ਦਾ ਚੇਂਜ ਇਨ ਦਾ ਲੀਨੀਅਰ ਮੋਮੈਂਟਮ। ਨਾਓ +1 ਜਦੋਂ ਅਸੀਂ ਸਟਾਰਟ ਕੀਤਾ ਸੀ, ਸਟਾਰਟਿੰਗ ਦੇ ਉੱਤੇ ਜਦੋਂ ਅਸੀਂ ਡਿਮੈਂਸ਼ਨਸ ਪੜ੍ਹਦੇ ਸੀ ਤਾਂ ਉਦੋਂ ਅਸੀਂ ਕਲੀਅਰ ਕੀਤਾ ਸੀ ਕਿ ਦੋ ਫਿਜ਼ੀਕਲ ਕੁਆਂਟੀਟੀ ਜਿਨ੍ਹਾਂ ਦੀ ਡਿਮੈਂਸ਼ਨ ਸੇਮ ਹੁੰਦੀ ਹੈ ਤੇ ਤੁਸੀਂ ਬੋਲਦੇ ਸੀ ਕਿ ਇੰਪਲਸ ਤੇ ਮੋਮੈਂਟਮ। ਅੱਜ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ ਕਿ ਇੰਪਲਸ ਤੇ ਮੋਮੈਂਟਮ ਦੀ ਡਿਮੈਂਸ਼ਨ ਸੇਮ ਕਿਉਂ? ਬਿਕੋਜ਼ ਇੰਪਲਸ ਜਿਹੜੀ ਹੈ ਇਟ ਇਜ਼ ਗਿਵਨ ਬਾय ਦਾ ਚੇਂਜ ਇਨ ਮੋਮੈਂਟਮ। ਹੁਣ ਇਹ ਫਾਰਮੂਲਾ ਪ੍ਰੂਵ ਕੀਤਾ ਹੈ, ਇੰਪਲਸ ਇਜ਼ ਚੇਂਜ ਇਨ ਮੋਮੈਂਟਮ। ਤੇ ਜੇ ਚੇਂਜ ਇਨ ਮੋਮੈਂਟਮ ਹੀ ਹੈ, ਇਹਦਾ ਮਤਲਬ ਦੋਨਾਂ ਦੇ ਜਿਹੜੇ ਡਿਮੈਂਸ਼ਨਲ ਫਾਰਮੂਲੇ ਹੋਣਗੇ that will be same। ਦੋਨਾਂ ਦੇ ਡਿਮੈਂਸ਼ਨ ਫਾਰਮੂਲੇ ਤੁਹਾਡੇ ਜਿਹੜੇ ਨੇ ਉਹ ਇਕੁਅਲ ਆਣਗੇ। ਨਾਓ ਨੈਕਸਟ ਟੌਪਿਕ ਸਾਡਾ ਦੇਖੋ ਐਪਲੀਕੇਸ਼ਨ ਆਫ ਇੰਪਲਸ। ਇਹ ਬਹੁਤ ਹੀ ਇੰਪੋਰਟੈਂਟ ਪਾਰਟਸ ਹੈ ਇਸ ਚੈਪਟਰ ਦਾ। ਇਹਦੇ ਵਿੱਚੋਂ ਘੱਟੋ ਘੱਟ ਇੱਕ ਐਪਲੀਕੇਸ਼ਨ ਜਿਹੜੀ ਹੈ ਉਹ ਜ਼ਰੂਰ ਪੁੱਛੀ ਜਾਂਦੀ ਹੈ ਫਾਈਨਲ ਐਗਜ਼ਾਮ ਦੇ ਵਿੱਚ। ਤੁਸੀਂ ਜਸਟ ਇਹਨੂੰ ਸਮਝਣਾ ਹੈ ਤੇ ਆਪਣੀ ਲੈਂਗੁਏਜ ਦੇ ਵਿੱਚ ਜਿਹੜਾ ਹੈ ਇਹਨੂੰ ਲਿਖਣ ਦੀ ਜਿਹੜੀ ਹੈ ਕੋਸ਼ਿਸ਼ ਕਰਨੀ ਹੈ। ਤੁਸੀਂ ਬੁੱਕ ਤੋਂ ਵੀ ਦੇਖ ਸਕਦੇ ਹੋ, ਆਈਡੀਆ ਲੈਣਾ ਹੈ। ਬਾਕੀ ਜੋ ਮੈਂ ਬੋਲਦਾ ਹਾਂ ਉਹਨੂੰ ਧਿਆਨ ਨਾਲ ਸੁਣਨਾ ਹੈ ਕਿ ਕਿਹੜੀ ਕਿਹੜੀ ਜਿਹੜੀ ਹੈ ਗੱਲ ਦਾ ਆਨਸਰ ਲਿਖਣ ਦੇ ਵੇਲੇ ਤੁਸੀਂ ਧਿਆਨ ਰੱਖਣਾ ਹੈ। ਨਾਓ ਲੈਟਸ ਸਟਾਰਟ ਐਪਲੀਕੇਸ਼ਨ ਆਫ ਇੰਪਲਸ। ਵੀ ਨੋ ਦੈਟ ਸਭ ਨਾਲੋਂ ਪਹਿਲਾਂ ਤੇ ਅਸੀਂ ਇਹਦਾ ਇੱਕ ਫਾਰਮੂਲਾ ਲਿਖਾਂਗੇ। ਵੀ ਨੋ ਦੈਟ impulse is equal to force multiply by time। ਇਹ ਸਾਨੂੰ ਪਤਾ ਹੈ ਕਿ ਇੰਪਲਸ ਦਾ ਫਾਰਮੂਲਾ ਫੋਰਸ ਨੂੰ ਟਾਈਮ ਨਾਲ ਮਲਟੀਪਲਾਈ ਕਰੀਏ। ਆਲਸੋ ਇਹ ਵੀ ਪ੍ਰੂਵ ਕੀਤਾ ਹੈ ਕਿ I is equal to P2 minus P1 ਕਿ ਇੰਪਲਸ ਜਿਹੜੀ ਹੈ ਚੇਂਜ ਇਨ ਮੋਮੈਂਟਮ ਦੇ ਇਕੁਅਲ ਹੈ। ਇਹ I ਦੀ ਵੈਲਿਊ ਇੱਥੇ ਪੁੱਟ ਕਰਨ ਲੱਗਾ ਹੈ। I ਦੀ ਜਗ੍ਹਾ ਤੇ ਕੀ ਆ ਜਾਏਗਾ ਸਾਡੇ ਕੋਲ? It will become P2 minus P1 is equal to force multiply by time। P2 minus P1 ਸਾਡਾ ਬਣ ਜਾਏਗਾ F average multiply by time, ਜਿਹਦੇ ਵਿੱਚੋਂ ਅਸੀਂ ਕੀ ਕਰਦੇ ਹਾਂ ਟਾਈਮ ਨੂੰ ਇਹਦੇ ਨੀਚੇ ਲੈ ਜਾਂਦੇ ਹਾਂ। Now P2 minus P1 divided by T is equal to force। Now this is equation number 1। ਅਸੀਂ ਜਿਹੜੀ equation number 1 ਬਣਾ ਲਈ ਹੈ P2 minus P1 is equal to ਸਾਡੇ ਕੋਲ ਆ ਗਿਆ F average। ਸਭ ਤੋਂ ਪਹਿਲਾਂ ਤੁਸੀਂ ਇਹ ਜਿਹੜੀ ਵੀ ਐਪਲੀਕੇਸ਼ਨ ਕਰੋਗੇ ਇਸ ਇਕੁਏਸ਼ਨ ਨੂੰ ਲਿਖਣ ਤੋਂ ਤੁਸੀਂ ਬਾਅਦ ਵਿੱਚ ਹੀ ਜਵਾਬ ਦੇਣਾ ਹੈ। ਪਹਿਲਾਂ ਤੁਹਾਨੂੰ ਸਭ ਨੂੰ ਪਤਾ ਹੈ, ਇਹ ਫਾਰਮੂਲਾ ਵੀ ਪਤਾ ਹੈ, ਇਹ ਵੀ ਅਸੀਂ ਪ੍ਰੂਵ ਕੀਤਾ, ਆ ਵੈਲਿਊ ਇੱਥੇ ਪੁੱਟ ਕੀਤੀ ਤੇ ਇਹ ਫਾਰਮੂਲਾ ਤੁਸੀਂ ਪਹਿਲਾਂ ਬਣਾਉਣਾ ਹੈ। ਉਸ ਤੋਂ ਬਾਅਦ ਜਿਹੜੀ ਮਰਜ਼ੀ ਐਪਲੀਕੇਸ਼ਨ ਦਾ ਤੁਸੀਂ ਜਿਹੜਾ ਹੈ ਉਹ ਆਨਸਰ ਦੇ ਸਕਦੇ ਹੋ। ਨਾਓ ਪਹਿਲੀ ਐਪਲੀਕੇਸ਼ਨ ਕੀ ਹੈ? ਧਿਆਨ ਨਾਲ ਸੁਣਨਾ। ਦਾ ਕ੍ਰਿਕਟਰ ਜਿਹੜੇ ਕ੍ਰਿਕਟ ਖੇਡਦੇ ਨੇ, ਫॉर ਐਗਜ਼ਾਮਪਲ ਸਚਿਨ ਤੰਦੁਲਕਰ, ਧੋਨੀ ਬਾਰੇ ਤੁਸੀਂ ਨਾਮ ਸੁਣਿਆ ਹੋਵੇਗਾ। ਦਾ ਕ੍ਰਿਕਟਰ ਲੋਵਰਸ ਹਿਜ਼ ਹੈਂਡ ਵਾਈਲ ਕੈਚਿੰਗ ਅ ਬਾਲ। ਜਦੋਂ ਵੀ ਕ੍ਰਿਕਟਰ ਨੇ ਬਾਲ ਨੂੰ ਕੈਚ ਕਰਨਾ ਹੁੰਦਾ ਹੈ ਉਹ ਆਪਣਾ ਹੱਥ ਜਿਹੜਾ ਹੈ ਨਾ ਪਿਛਾਂ ਨੂੰ ਕਰਦਾ ਹੈ। ਜਿਸ ਤਰ੍ਹਾਂ ਬਾਲ ਉੱਪਰੋਂ ਆ ਰਹੀ ਹੈ ਲਾਈਕ ਦਿਸ, ਇੱਧਰ ਦੇਖਣਾ, ਜਿਸ ਤਰ੍ਹਾਂ ਉੱਪਰੋਂ ਆਈ ਉਹ ਆਪਣਾ ਹੱਥ ਜਿਹੜਾ ਹੈ ਪਿਛਾਂ ਨੂੰ ਕਰੇਗਾ, ਉੱਪਰ ਨਹੀਂ ਕਰੇਗਾ। ਇਸ ਤਰ੍ਹਾਂ ਦਾ ਕ੍ਰਿਕਟਰ ਲੋਵਰਸ ਹਿਜ਼ ਹੈਂਡ ਵਾਈਲ ਕੈਚਿੰਗ ਦਾ ਬਾਲ। ਵਾਈ ਕੁਐਸਚਨ ਹੈ ਕਿ ਕ੍ਰਿਕਟਰ ਆਪਣਾ ਹੱਥ ਪਿਛਾਂ ਨੂੰ ਕਿਉਂ ਕਰਦਾ ਹੈ, ਉੱਪਰ ਕਿਉਂ ਨਹੀਂ ਕਰਦਾ? ਇਹਨੂੰ ਅਸੀਂ ਐਕਸਪਲੇਨ ਕਰਾਂਗੇ ਔਨ ਦਾ ਬੇਸਿਸ ਆਫ ਇੰਪਲਸ। ਇੰਪਲਸ ਦੇ ਬੇਸ ਤੇ ਕੁਐਸਚਨ ਹੈ ਕਿ ਕ੍ਰਿਕਟਰ ਹਮੇਸ਼ਾ ਆਪਣਾ ਹੱਥ ਥੱਲੇ ਨੂੰ ਕਰਦਾ ਹੈ ਜਦੋਂ ਉਹਨੇ ਬਾਲ ਨੂੰ ਕੈਚ ਕਰਨਾ ਹੁੰਦਾ ਹੈ। ਨਾਓ
ਦੇਖੋ ਕੀ ਹੈ, ਜਦੋਂ ਬਾਲ ਉੱਪਰੋਂ ਨੀਚੇ ਨੂੰ ਆ ਰਹੀ ਹੈ ਤੇ ਕ੍ਰਿਕਟਰ ਜਿਹੜਾ ਆਪਣਾ ਜਦੋਂ ਹੱਥ ਪਿਛਾਂਹ ਨੂੰ ਕਰਦਾ ਹੈ, then he increases the time of catch, ਉਹ ਟਾਈਮ ਆਫ ਕੈਚ ਨੂੰ ਇੰਕਰੀਜ਼ ਕਰਦਾ ਹੈ। ਇਹਦਾ ਮਤਲਬ ਜਦੋਂ ਉਹਨੇ ਕੈਚ ਕਰਨਾ ਹੱਥ ਪਿਛਾਂਹ ਨੂੰ ਕਰ ਲਿਆ, ਜ਼ਿਆਦਾ ਟਾਈਮ ਲੱਗੇਗਾ, then he increases the time of catch। ਇਹ ਪਹਿਲੀ ਗੱਲ ਯਾਦ ਰੱਖੋ, ਕ੍ਰਿਕਟਰ ਜਿਹੜਾ ਹੈ ਆਪਣਾ ਹੈਂਡ ਪਿਛਾਂਹ ਨੂੰ ਕਿਉਂ ਕਰਦਾ ਹੈ, ਤਾਂ ਜੋ ਟਾਈਮ ਟੂ ਕੈਚ ਇੰਕਰੀਜ਼ ਹੋ ਜੇ ਨਾ। ਉਹਦਾ ਕੀ ਫਾਇਦਾ ਹੋਇਆ ਟਾਈਮ ਟੂ ਕੈਚ ਇੰਕਰੀਜ਼ ਦਾ? ਫਿਰ ਸੁਣੋ, ਜਦੋਂ ਬਾਲ ਉੱਪਰੋਂ ਆ ਰਹੀ ਹੈ, ਇਹਦਾ ਮਤਲਬ ਹੈ ਬਾਲ ਜਿਹੜੀ ਹੈ ਮੋਸ਼ਨ ਚ ਹੈ। ਮੰਨ ਲਓ ਕਿ ਉਹਦਾ ਮੋਮੈਂਟਮ ਜਿਹੜਾ ਹੈ, ਸਪੋਜ਼ ਇਟ ਇਜ਼ 10 ਕਿਲੋਗ੍ਰਾਮ ਮੀਟਰ ਪਰ ਸੈਕਿੰਡ ਉਹਦਾ ਮੋਮੈਂਟਮ ਹੈ। ਜਦੋਂ ਬਾਲ ਨੀਚੇ ਨੂੰ ਆ ਰਹੀ ਹੈ ਤੇ ਮੋਸ਼ਨ ਚ ਹੈ, ਉਹਦਾ ਮੋਮੈਂਟਮ ਸੀਗਾ। ਜਦੋਂ ਤੁਸੀਂ ਕੈਚ ਕਰ ਲਿਆ, ਕੈਚ ਕਰਨ ਤੋਂ ਬਾਅਦ ਬਾਲ ਜਿਹੜੀ ਹੈ ਤੁਹਾਡੇ ਹੱਥ ਵਿੱਚ ਆ ਕੇ ਰੁਕ ਗਈ, ਉਹਦਾ ਜਿਹੜਾ ਹੈ ਫਾਈਨਲ ਮੋਮੈਂਟਮ 0 ਹੋ ਗਿਆ। ਕਹਿਣ ਦਾ ਮਤਲਬ ਹੈ ਮੋਮੈਂਟਮ ਵਿੱਚ ਕਿੰਨੀ ਚੇਂਜ ਆਈ, 10 ਦੀ। ਮੋਮੈਂਟਮ ਵਿੱਚ ਚੇਂਜ ਕਿੰਨੀ ਆਈ, 10। ਪਹਿਲਾ ਮੋਮੈਂਟਮ ਮੰਨ ਲਓ 10 ਸੀ, ਉਹ ਆ ਕੇ ਹੱਥ ਵਿੱਚ ਆ ਕੇ 0 ਹੋ ਗਿਆ। ਚੇਂਜ ਇਨ ਮੋਮੈਂਟਮ ਮੰਨ ਲਓ ਤੁਹਾਡੀ ਕਿੰਨੀ ਹੈ, 10। ਇਟ ਮੀਨਸ ਜੇਕਰ ਅਸੀਂ ਹੱਥ ਨੀਚੇ ਨੂੰ ਕਰਦੇ ਹਾਂ, ਕੈਚ ਤੇ ਕਰਨਾ ਹੀ ਹੈ, ਮੋਮੈਂਟਮ ਤੇ ਚੇਂਜ ਤਾਂ ਵੀ 10 ਹੀ ਆਣੀ ਹੈ। ਤੇ ਜੇ ਤੁਸੀਂ ਹੱਥ ਉੱਪਰ ਕਰਕੇ ਕੈਚ ਕਰਦੇ ਜੇ, ਉਦੋਂ ਵੀ ਸਾਡੇ ਮੋਮੈਂਟਮ 'ਚ ਚੇਂਜ ਹੋਣੀ ਹੀ ਆਣੀ ਹੈ, ਕਿਉਂਕਿ 10 ਤੋਂ ਇੱਕਦਮ ਉਹਨੇ ਕਿੰਨਾ ਕਰਤਾ, 0 ਕਰਤਾ। ਪਰ ਜਦੋਂ ਅਸੀਂ ਹੱਥ ਨੂੰ ਨੀਚੇ ਕੀਤਾ, ਟਾਈਮ ਆਫ ਕੈਚ ਇੰਕਰੀਜ਼ ਹੋ ਗਿਆ। ਇਹ ਹੈਗਾ ਸਾਡਾ ਚੇਂਜ ਇਨ ਮੋਮੈਂਟਮ। ਚੇਂਜ ਇਨ ਮੋਮੈਂਟਮ ਤੇ ਫਿਕਸ ਹੈ, ਜਿੰਨਾ ਚੇਂਜ ਆਣੀ ਹੈ ਉਹ ਤੇ ਫਿਕਸ ਹੋ ਗਈ। ਜਿਸ ਤਰ੍ਹਾਂ ਮੈਂ 10 ਬੋਲਿਆ, ਫਾਈਨਲ ਮਾਈਨਸ ਇਨੀਸ਼ੀਅਲ ਜਿਹੜਾ 10 ਹੋ ਗਿਆ, ਇਹ ਚੀਜ਼ ਫਿਕਸ ਹੋ ਗਈ। ਨਾ ਫੋਰਸ ਤੇ ਟਾਈਮ ਆਪਸ ਵਿੱਚ ਕੀ ਹੈਗੇ ਨੇ, ਇਨਵਰਸਲੀ ਪ੍ਰੋਪੋਰਸ਼ਨਲ। ਫੋਰਸ ਤੇ ਟਾਈਮ ਜਿਹੜੇ ਨੇ ਆਪਸ ਵਿੱਚ ਇਨਵਰਸਲੀ, ਤੇ ਜੇ ਅਸੀਂ ਟਾਈਮ ਵਧਾ ਲਾਂਗੇ, ਟਾਈਮ ਟੂ ਕੈਚ ਇੰਕਰੀਜ਼ ਕਰ ਲਾਂਗੇ, ਜੇ t ਵੱਧ ਜਾਏਗਾ ਤੇ ਸਾਡੀ ਜਿਹੜੀ ਫੋਰਸ ਹੈ, ਜਿਹੜੀ ਹੱਥ ਉੱਪਰ ਲੱਗੇਗੀ ਬਾਲ ਕਰਕੇ, ਉਹ ਫੋਰਸ ਤੁਹਾਡੀ ਜਿਹੜੀ ਹੈ ਉਹ ਘਟ ਜਾਏਗੀ। ਸਾਡੇ ਹੈਂਡ ਉੱਪਰ ਜਿਹੜੀ ਇੰਜਰੀਜ਼ ਆਉਣੀਆਂ, ਉਸ ਹਾਰਟ ਜਿਹੜੇ ਸੱਟ ਲੱਗਣੀ ਹੈ, ਉਹ ਘਟ ਲੱਗੇਗੀ। ਹਾਂਜੀ ਬੇਟਾ, ਕਲੀਅਰ? ਕਿ ਜਦੋਂ ਅਸੀਂ ਹੈਂਡ ਨੀਚੇ ਕਰਦੇ ਹਾਂ, ਟਾਈਮ ਨੂੰ ਵਧਾਇਆ ਜਾਂਦਾ ਹੈ। ਟਾਈਮ ਵਧਣ ਦੇ ਨਾਲ ਫੋਰਸ ਐਕਟਿੰਗ ਔਨ ਦਾ ਹੈਂਡ ਉਹ ਡਿਕਰੀਜ਼ ਹੋ ਜਾਂਦੀ ਹੈ, ਦੈਨ ਯੂ ਕੈਨ ਈਜ਼ੀਲੀ ਕੈਚ। ਤੇ ਜੇ ਤੁਸੀਂ ਹੱਥ ਉੱਪਰ ਕਰੋਗੇ, ਟਾਈਮ ਘਟ ਜਾਏਗਾ। ਜੇ ਟਾਈਮ ਘਟੇਗਾ ਕੈਚ ਕਰਨ ਵਾਲਾ, ਤੇ ਫੋਰਸ ਵਧੇਗੀ ਤੇ ਤੁਹਾਡੇ ਹੱਥ ਉੱਪਰ ਜਿਹੜਾ ਹੈ ਉਹ ਜ਼ਿਆਦਾ ਜਿਹੜੀ ਹੈ ਸੱਟ ਲੱਗ ਸਕਦੀ ਹੈ। ਇਟ ਮੀਨਸ ਜਸਟ ਮੇਨ ਕੰਮ ਕੀ ਹੈ ਕਿ ਟਾਈਮ ਨੂੰ ਵਧਾਉਣਾ ਹੈ। ਕੋਈ ਵੀ ਐਪਲੀਕੇਸ਼ਨ ਆ ਜੇ, ਉਹਦੇ ਵਿੱਚ ਮੇਨ ਆਨਸਰ ਇਹੀ ਲਿਖ ਦੇਣਾ ਕਿ ਇਟ ਇਜ਼ ਔਨ ਦਾ ਬੇਸਿਸ ਆਫ ਇੰਪਲਸ, ਤੇ ਇਹਦੇ ਵਿੱਚ ਅਸੀਂ ਟਾਈਮ ਜਿਹੜਾ ਹੈ ਉਹ ਇਨਕਰੀਜ਼ ਕਰਦੇ ਹਾਂ। ਉਹਦੇ ਨਾਲ ਸਾਡੇ ਹੈਂਡ ਉੱਪਰ ਜਿਹੜੀ ਹੈ ਫੋਰਸ ਉਹ ਘੱਟ ਲੱਗਦੀ ਹੈ। ਆਈ ਥਿੰਕ ਇਹ ਤੁਹਾਨੂੰ ਇਹ ਪਹਿਲੀ ਐਗਜ਼ਾਮਪਲ ਕਲੀਅਰ ਹੋ ਗਈ। ਦੂਸਰਾ, ਮੰਨ ਲਓ ਕਿ ਅਸੀਂ ਜਿਹੜਾ ਹੈ ਕਿਸੇ ਹਾਈਟ ਤੋਂ ਅਸੀਂ ਡਿੱਗ ਪੈਨੇ ਆ ਥੱਲੇ। ਥੱਲੇ ਸੀਗਾ ਪੱਕਾ ਫਲੋਰ, ਜਿਹਨੂੰ ਬੋਲਦੇ ਆ ਸੀਮੈਂਟਡ ਫਲੋਰ। ਇੱਕ ਪਾਸੇ ਹੈਗਾ ਮਿੱਟੀ ਵਾਲਾ ਕੱਚਾ ਫਲੋਰ। ਹੁਣ ਅਸੀਂ ਉਹਦੇ ਦੋਨਾਂ ਦੇ ਉੱਤੇ ਡਿੱਗਦੇ ਆ, ਤੇ ਦੱਸੋ ਜ਼ਿਆਦਾ ਸੱਟ ਕਿੱਥੇ ਲੱਗੇਗੀ? when we fall on cemented floor we receive more injuries। ਜਦੋਂ ਸੀਮੈਂਟਡ ਫਲੋਰ, ਪੱਕਾ ਫਲੋਰ ਹੈ, ਉੱਤੇ ਡਿੱਗਦੇ ਆ ਤੇ ਸਾਨੂੰ ਜ਼ਿਆਦਾ ਸੱਟ ਲੱਗਦੀ ਹੈ। ਤੇ ਜੇ ਅਸੀਂ ਗੱਦੇ ਦੇ ਉੱਤੇ ਛਲਾਂਗ ਮਾਰਦੇ ਆ, ਉਦੋਂ ਸਾਨੂੰ ਸੱਟ ਨਹੀਂ ਲੱਗਦੀ। ਇਹਦਾ ਕੀ ਕਾਰਨ ਹੈ? ਜਦੋਂ ਤੇ ਅਸੀਂ ਡਿੱਗਾਂਗੇ ਸੀਮੈਂਟਡ ਫਲੋਰ ਦੇ ਉੱਪਰ, ਜਦੋਂ ਅਸੀਂ ਸੀਮੈਂਟਡ ਫਲੋਰ ਦੇ ਉੱਪਰ ਡਿੱਗੇ ਤੇ ਇੱਕਦਮ ਜਿਹੜਾ ਹੈ ਮੋਮੈਂਟਮ ਜਿਹੜਾ ਹੈ ਉਹਦਾ 0 ਹੋ ਗਿਆ। ਇੱਕਦਮ ਅਬਰਪਟਲੀ, ਬਹੁਤ ਫਾਸਟ ਜਿਹੜੀ ਹੈ ਮੋਮੈਂਟਮ ਵਿੱਚ ਜਿਹੜੀ ਇੱਕਦਮ ਚੇਂਜ ਆ ਗਈ। ਕਿੰਨੀ ਹੋ ਗਈ ਉਹ? 0। ਜਦੋਂ ਮੋਮੈਂਟਮ ਤੇ ਚੇਂਜ ਫਾਸਟ ਆ ਗਈ, ਇਹਦਾ ਮਤਲਬ ਹੈ ਟਾਈਮ ਘੱਟ ਲੱਗਾ। ਤੇ ਜਦੋਂ ਟਾਈਮ ਘੱਟ ਲੱਗੇਗਾ ਤੇ ਫੋਰਸ ਸਾਡੇ ਉੱਤੇ ਕੀ ਲੱਗੇਗੀ? ਜ਼ਿਆਦਾ, ਤੇ ਉਦੋਂ ਸਾਨੂੰ ਸੱਟ ਜਿਹੜੀ ਹੈ ਉਹ ਜ਼ਿਆਦਾ ਲੱਗਦੀ ਹੈ। ਤੇ ਜੇ ਕੱਚਾ ਫਲੋਰ ਹੈ, ਮਿੱਟੀ ਵਾਲਾ ਪੋਲਾ ਹੁੰਦਾ ਹੈ ਉਹ, ਤੇ ਜਦੋਂ ਉਹਦੇ ਉੱਤੇ ਡਿੱਗਦੇ ਆ ਤੇ ਉਹ ਜਿਹੜਾ ਹੈ ਥੋੜਾ ਜਿਹਾ ਥੱਲੇ ਪ੍ਰੈਸ ਹੋ ਜਾਂਦਾ ਹੈ। ਮਿੱਟੀ ਵਾਲਾ ਫਲੋਰ ਪੋਲਾ ਹੋਣ ਕਰਕੇ ਥੱਲੇ ਜਿਹੜਾ ਪ੍ਰੈਸ ਹੋ ਜਾਂਦਾ ਹੈ। ਪ੍ਰੈਸ ਹੋਣ ਕਰਕੇ ਜਿਹੜਾ ਟਾਈਮ ਜਿਹੜਾ ਹੈ ਉਹ ਵੱਧ ਜਾਂਦਾ ਹੈ। ਮੋਮੈਂਟਮ ਇੱਕਦਮ 0 ਨਹੀਂ ਹੋ ਪਾਉਂਦਾ, ਉਹ ਟਾਈਮ ਜ਼ਿਆਦਾ ਹੋ ਜਾਂਦਾ ਹੈ। ਤੇ ਟਾਈਮ ਜ਼ਿਆਦਾ ਹੋਣ ਕਰਕੇ ਸਾਡੇ ਤੇ ਫੋਰਸ ਜਿਹੜੀ ਹੈ ਉਹ ਘੱਟ ਲੱਗਦੀ ਹੈ। ਤੁਹਾਨੂੰ ਨਜ਼ਰ ਨਹੀਂ ਆਏਗਾ ਜਦੋਂ ਹੀ ਮਿੱਟੀ ਵਾਲੇ ਫਲੋਰ ਤੇ ਡਿੱਗਦੇ ਆ ਵੀ ਉਹ ਪ੍ਰੈਸ ਹੁੰਦਾ ਹੈ।
ਇਹਦੇ ਵਾਸਤੇ ਤੁਸੀਂ ਦੇਖ ਸਕਦੇ ਹੋ ਗੱਦੇ ਤੇ ਛਲਾਂਗ ਮਾਰ ਕੇ ਦੇਖੋ, ਗੱਦੇ ਤੇ ਛਲਾਂਗ ਮਾਰਦੇ ਜੇ ਗੱਦਾ ਜਿਹੜਾ ਇੱਕਦਮ ਥੱਲੇ ਨੂੰ ਜਿਹੜਾ ਹੈ ਉਹ ਪ੍ਰੈਸ ਹੋ ਜਾਂਦਾ ਹੈ। ਸਰਕਸ ਵਾਲੇ ਵੀ ਤੇ ਦੇਖਣੇ ਆ ਉੱਪਰੋਂ ਛਲਾਂਗ ਮਾਰਦੇ ਥੱਲੇ ਉਹਨਾਂ ਨੇ ਗੱਦੇ ਵਿਛਾਏ ਹੁੰਦੇ, ਕਾਰਨ ਇੰਨੀ ਹਾਈਟ ਤੋਂ ਜਦੋਂ ਦੇਖਦੇ ਆ ਤੇ ਉਹਨਾਂ ਦਾ ਮੋਮੈਂਟਮ ਜਿਹੜਾ ਇਟ ਵਿਲ ਟੇਕ ਲੌਂਗਰ ਟਾਈਮ, ਉਹ ਜ਼ਿਆਦਾ ਟਾਈਮ ਲੈਂਦਾ ਹੈ। ਇੱਕਦਮ ਜਿਹੜਾ ਮੋਮੈਂਟਮ ਚ ਚੇਂਜ ਜਿਹੜੀ ਹੈ ਪੂਰੀ ਕੰਪਲੀਟ ਨਹੀਂ ਆਉਂਦੀ, ਉਹ ਟਾਈਮ ਜ਼ਿਆਦਾ ਹੋਣ ਕਰਕੇ ਫਿਰ ਸਾਡੇ ਜਿਹੜੀ ਆ ਉਹਦੇ ਉੱਪਰ ਜਿਹੜੀ ਹੈ ਫੋਰਸ ਉਹ ਘੱਟ ਲੱਗਦੀ ਹੈ। ਇਹੀਓ ਕਾਰਨ ਹੈ ਸਾਡਾ ਕਿ ਕੱਚਾ ਫਲੋਰ ਖਤਰਨਾਕ ਨਹੀਂ ਹੈ, ਪੱਕੇ ਫਲੋਰ ਤੇ ਡਿੱਗਣਾ ਜਿਹੜਾ ਹੈ ਸਾਡੇ ਵਾਸਤੇ ਬਹੁਤ ਹੀ ਖਤਰਨਾਕ ਹੁੰਦਾ ਹੈ। ਇਸ ਤੋਂ ਇਲਾਵਾ ਜਿਹੜੇ ਸਾਡੇ ਚਾਈਨਾ ਵੇਅਰਸ ਹੁੰਦੇ ਨੇ ਜਾਂ ਗਲਾਸ ਹੁੰਦੇ ਨੇ, ਜਿਹੜੇ ਕੱਚ ਦੇ ਬਰਤਨ ਜਾਂ ਸਾਡੇ ਗਮਲੇ ਹੁੰਦੇ ਆ, ਤੁਸੀਂ ਦੇਖਿਆ ਹੋਣਾ ਹੈ, ਜਾਂ ਤੁਸੀਂ ਜਿਹੜੇ ਕੱਚ ਦੇ ਗਲਾਸ ਲੈਣ ਜਾਂਦੇ ਹੋ ਤੇ ਉਹਨਾਂ ਨੇ ਕਿਸੇ ਪੇਪਰ ਦੇ ਵਿੱਚ ਜਾਂ ਸਟ੍ਰੋ ਜਿਹੜੀ ਹੁੰਦੀ ਆ ਉਹਦੇ ਵਿੱਚ ਚੰਗੇ ਤਰੀਕੇ ਨਾਲ ਉਹਨੂੰ ਰੈਪ ਕੀਤਾ ਹੁੰਦਾ ਹੈ। ਕੋਈ ਵੀ ਕੱਚ ਦਾ ਗਲਾਸ ਦੇਖਣਾ ਪਹਿਲਾਂ ਚੰਗੇ ਤਰੀਕੇ ਨਾਲ ਉਹਨਾਂ ਨੇ ਕਿਸੇ ਸੌਫਟ ਚੀਜ਼ ਵਿੱਚ ਬੰਦ ਕੀਤਾ ਹੁੰਦਾ ਹੈ, ਕਿਉਂਕਿ ਜੇ ਉਹ ਆਪਸ ਵਿੱਚ ਕਿਤੇ ਕੋਲਾਈਡ ਕਰ ਗਏ, ਦੋ ਗਲਾਸ ਦੀ ਚੀਜ਼ਾਂ ਆਪਸ ਵਿੱਚ ਕੋਲਾਈਡ ਕਰ ਗਈਆਂ, ਦੋਨੋਂ ਹਾਰਡ ਨੇ, ਇੱਕਦਮ ਉਹਨਾਂ ਦਾ ਜਿਹੜਾ ਹੈ ਮੋਮੈਂਟਮ ਵਿੱਚ ਜਿਹੜੀ ਚੇਂਜ ਆਏਗੀ ਬੜੀ ਫਾਸਟ, ਟਾਈਮ ਜਿਹੜਾ ਹੋਏਗਾ ਰਿਸੀਵਿੰਗ ਜਰਕ ਦਾ ਉਹ ਘਟ ਜਾਏਗਾ, ਇੱਕਦਮ ਟਾਈਮ ਘਟੇਗਾ ਤੇ ਫੋਰਸ ਜ਼ਿਆਦਾ ਲੱਗੇਗੀ ਤੇ ਟੁੱਟ ਜਾਏਗਾ। ਤੇ ਜੇ ਵਿੱਚ ਕੋਈ ਸੌਫਟ ਚੀਜ਼ ਹੋਏਗੀ ਦੈਨ ਟਾਈਮ ਆਫ ਜਰਕ, ਟਾਈਮ ਟੂ ਰਿਸੀਵ ਜਰਕ ਇਨਕਰੀਜ਼ਸ, ਉਹ ਟਾਈਮ ਵੱਧ ਜਾਏਗਾ। ਜੇ ਟਾਈਮ ਵੱਧ ਗਿਆ ਤੇ ਸਾਡੀ ਜਿਹੜੀ ਹੈ ਉਹ ਫੋਰਸ ਜਿਹੜੀ ਹੈ ਉਹ ਘਟ ਜਾਂਦੀ ਹੈ। ਇਸ ਕਰਕੇ ਚਾਈਨਾ ਵੇਅਰਸ ਹੋ ਗਏ, ਗਲਾਸਿਸ ਹੋ ਗਏ ਨੇ, ਇਹਨਾਂ ਨੂੰ ਅਸੀਂ ਜਿਹੜੇ ਨੇ ਰੈਪ ਕੀਤੇ ਹੁੰਦੇ ਨੇ ਕਾਹਦੇ ਵਿੱਚ, ਸਟ੍ਰੋ ਦੇ ਵਿੱਚ। ਨਾਓ ਇਸ ਤੋਂ ਬਾਅਦ ਨੈਕਸਟ ਜਿਹੜੀ ਸਾਡੀ ਐਪਲੀਕੇਸ਼ਨ ਹੈ, ਤੁਸੀਂ ਸੁਣਿਆ ਹੋਏਗਾ ਸ਼ੌਕਰ ਬਾਰੇ ਸਾਰਿਆਂ ਨੇ। ਸ਼ੌਕਰਸ ਜਿਹੜੇ ਸਕੂਟਰ, ਮੋਟਰਸਾਈਕਲ ਜਾਂ ਬਾਈਕਸ ਦੇ ਨਾਲ ਪ੍ਰੋਵਾਈਡ ਕੀਤੇ ਹੁੰਦੇ ਆ, ਹੈਂਡਲ ਦੇ ਬਿਲਕੁਲ ਥੱਲੇ ਤੇ ਬੈਕ ਤੇ ਵੀ ਹੁੰਦੇ ਆ। ਨਾਓ ਸ਼ੌਕਰਸ ਜਿਹੜੇ ਨੇ why they are provided in the vehicles, ਕਿਉਂ ਸ਼ੌਕਰ ਰੱਖੇ ਜਾਂਦੇ ਨੇ? ਕਿਉਂਕਿ ਸਾਡੀਆਂ ਜਿਹੜੀਆਂ ਸੜਕਸ ਨੇ ਉਹ ਅਨਈਵਨ ਨੇ, ਰੋਡਸ ਜਿਹੜੀਆਂ ਨੇ ਉੱਚੀਆਂ ਨੀਵੀਆਂ, ਕਈ ਵਾਰੀ ਟੋਏ ਆ ਜਾਂਦੇ ਨੇ, ਤੇ ਜਦੋਂ ਤੁਸੀਂ ਅਨਈਵਨ ਰੋਡ ਥਾਣੀ ਲੰਘਦੇ ਜੇ ਤੇ ਇੱਕਦਮ ਜਿਹੜੀ ਹੈ ਜਰਕ ਪੈਂਦੀ ਹੈ ਤੇ ਹੈਂਡਲ ਦੇ ਉੱਤੇ ਜਿਹੜਾ ਹੈ ਨਾ ਤੁਹਾਨੂੰ ਬਿਲਕੁਲ ਜਰਕ ਮਹਿਸੂਸ ਹੋਏਗੀ। ਤੇ ਜੇਕਰ ਅਸੀਂ ਉਹਦੇ ਵਿੱਚ ਜਿਹੜੇ ਸ਼ੌਕਰਸ ਜਿਹੜੇ ਲਗਾਉਂਦੇ ਆ, ਉਹਦਾ ਮੇਨ ਫੰਕਸ਼ਨ ਹੁੰਦਾ ਹੈ ਕਿ ਟਾਈਮ ਟੂ ਰਿਸੀਵ ਜਰਕ ਇਨਕਰੀਜ਼, ਉਹ ਜਰਕ ਜਿਹੜੀ ਹੈ ਉਹ ਹੌਲੀ ਹੌਲੀ ਕਰਕੇ ਆਏਗੀ, ਇੱਕਦਮ ਜਿਹੜੀ ਹੈ ਉਹ ਜਰਕ ਨਹੀਂ ਪੈਦਾ ਹੋਏਗੀ ਤੇ ਇੱਕਦਮ ਸਾਨੂੰ ਜਰਕ ਫਿਰ ਘੱਟ ਲੱਗਦੀ ਹੈ, ਉਹ ਟਾਈਮ ਵੱਧ ਜਾਂਦਾ ਹੈ। ਟਾਈਮ ਵਧਣ ਦੇ ਨਾਲ ਜਿਹੜਾ ਹੈ ਸਾਡਾ ਜਿਹੜਾ ਫੋਰਸ ਜਿਹੜੀ ਹੈ ਉਹ ਘਟ ਜਾਂਦੀ ਹੈ। ਤੇ ਜੇ ਉਹ ਸ਼ੌਕਰ ਨਾ ਹੋਣ ਤੇ ਜਦੋਂ ਇੱਕਦਮ ਅਨਈਵਨ ਰੋਡ ਥਾਣੀ ਲੰਘੋਗੇ ਤੇ ਇੱਕਦਮ ਜਿਹੜਾ ਹੈ ਨਾ ਤੁਹਾਡੇ ਹੈਂਡਲ ਦੇ ਉੱਤੇ ਇੱਕਦਮ ਜਿਹੜੀ ਹੈ ਜਰਕ ਵੱਜੇਗੀ, ਕਿਉਂਕਿ ਇੱਕਦਮ ਜਿਹੜਾ ਉਹ ਪ੍ਰੈਸ ਹੋਏਗਾ। ਤੇ ਜਦੋਂ ਸ਼ੌਕਰ ਲਗਾ ਦਿੱਤੇ ਜਾਂਦੇ ਆ ਉਹਦੇ 'ਚ ਕੋਈ ਲਿਕੁਇਡ ਫਿਲ ਹੁੰਦਾ ਸਪਰਿੰਗ ਟਾਈਪ, ਤੇ ਜਦੋਂ ਉਹ ਪ੍ਰੈਸ ਹੁੰਦਾ ਹੈ ਤਾਂ ਟਾਈਮ ਟੂ ਰਿਸੀਵ ਜਰਕ ਜਿਹੜਾ ਇਨਕਰੀਜ਼ ਹੋ ਜਾਂਦਾ ਹੈ, ਉਹਦੇ ਕਰਕੇ ਜਿਹੜਾ ਹੈ ਸਾਡੀ ਜਿਹੜੀ ਫੋਰਸ ਉਹ ਘੱਟ ਲੱਗਦੀ ਹੈ ਸਾਡੇ ਹੈਂਡਲ ਦੇ ਉੱਤੇ ਐਟਸੈਟਰਾ। ਸਿਮਿਲਰਲੀ ਜਿਹੜੀਆਂ ਟ੍ਰੇਨਸ ਹੁੰਦੀਆਂ ਨੇ, ਟ੍ਰੇਨਸ ਦੀਆਂ ਜਿਹੜੀਆਂ ਬੋਗੀਜ਼ ਜਿਹੜੀਆਂ ਆਪਸ ਵਿੱਚ ਜੁੜਦੀਆਂ ਨੇ, ਇੱਕ ਟ੍ਰੇਨ ਦੀ ਬੋਗੀ ਦੇ ਨਾਲ ਦੂਸਰੀ ਟ੍ਰੇਨ ਦੀ ਬੋਗੀ ਨੂੰ ਅਸੀਂ ਜਦੋਂ ਜੋੜਦੇ ਆ ਉਹਦੇ ਵਿੱਚ ਬਫਰਸ ਜਿਹੜੇ ਲੱਗਦੇ ਨੇ। ਜਿਸ ਤਰ੍ਹਾਂ ਤੁਸੀਂ ਦੇਖਿਆ ਟ੍ਰੇਨ ਜਦੋਂ ਜੋੜਦੇ ਨੇ ਬੈਕ ਤੋਂ ਬੈਕ ਸਾਈਡ ਬਫਰਸ ਆਰ ਪ੍ਰੋਵਾਈਡਡ। ਉਹਦਾ ਵੀ ਮੇਨ ਕੰਮ ਹੈ ਕਿ ਜਦੋਂ ਕਿਤੇ ਟ੍ਰੇਨ ਚੱਲੇ ਸ਼ੰਟਿੰਗ ਕਰਕੇ ਜਿਹੜੀ ਜਰਕ ਹੈ ਉਹ ਘੱਟ ਲੱਗਣੀ ਚਾਹੀਦੀ ਹੈ। ਕਾਹਦੇ ਵਿੱਚ, ਜਿਹੜੀ ਟ੍ਰੇਨ ਦੀਆਂ ਦੋ ਬੋਗੀਜ਼ ਆਪਸ ਵਿੱਚ ਜਦੋਂ ਕੋਲਾਈਡ ਕਰਦੀਆਂ ਉਹਨਾਂ ਵਿੱਚ ਜਿਹੜੀ ਹੈ ਜਰਕ ਦੇ ਇਫੈਕਟ ਨੂੰ ਜਿਹੜਾ ਹੈ ਘਟਾਉਣ ਵਾਸਤੇ ਜਿਹੜਾ ਹੈ ਅਸੀਂ ਉੱਥੇ ਵੀ ਅਸੀਂ ਜਿਹੜਾ ਹੈ ਬਫਰਸ ਜਿਹੜੇ ਨੇ ਉੱਥੇ ਪ੍ਰੋਵਾਈਡ ਕੀਤੇ ਜਾਂਦੇ ਨੇ। ਆਈ ਥਿੰਕ ਕਿ ਤੁਹਾਨੂੰ ਜਿਹੜਾ ਹੈ ਇੰਪਲਸ ਦੀਆਂ ਸਾਰੀਆਂ ਐਪਲੀਕੇਸ਼ਨ ਕਲੀਅਰ ਹੋ ਗਈਆਂ। ਪਹਿਲੀ ਐਪਲੀਕੇਸ਼ਨ ਕ੍ਰਿਕਟ ਵਾਲੀ ਮੈਂ ਤੁਹਾਨੂੰ ਨਾਲ ਸੈਂਡ ਕਰ ਦਾਂਗਾ। ਉਹ ਸਾਰੀਆਂ ਜਿਹੜੀਆਂ ਐਪਲੀਕੇਸ਼ਨਸ ਨੇ ਤੁਸੀਂ ਕਾਪੀ ਤੇ ਨੋਟ ਵੀ ਕਰਨੀਆਂ ਨੇ, ਨਾਲ ਇਹਨਾਂ ਨੂੰ ਰਾਈਟ ਵੀ ਕਰਨਾ ਹੈ ਤੇ ਨਾਲ ਇਹਨੂੰ ਜਿਹੜਾ ਹੈ ਹਾਊ ਟੂ ਰਾਈਟ, ਉਹਨੂੰ ਲਿਖਣ ਦਾ ਤਰੀਕਾ ਜਿਹੜਾ ਹੈ ਤੁਸੀਂ ਸਿੱਖਣਾ ਹੈ। ਤੇ ਇਹ ਜਿਹੜਾ ਹੈ ਤੁਹਾਡਾ ਮੇਨ ਫਾਰਮੂਲਾ ਹੈ, ਇਹਦੇ ਅਕੋਰਡਿੰਗ ਤੁਸੀਂ ਜਿਹੜਾ ਹੈ ਉਹਦਾ ਆਨਸਰ ਦੇਣਾ। ਲਾਸਟ ਮੈਂ ਦੁਬਾਰਾ ਇੱਕ ਵਾਰ ਰਿਪੀਟ ਕਰ ਦਿੰਦਾ ਕ੍ਰਿਕਟ ਵਾਲੀ ਤੋਂ। ਜਦੋਂ ਕ੍ਰਿਕਟਰ ਆਪਣਾ ਹੈਂਡ ਨੀਚੇ ਨੂੰ ਕਰਦਾ ਹੈ ਟਾਈਮ ਟੂ ਕੈਚ ਇਨਕਰੀਜ਼ ਹੋ ਜਾਂਦਾ ਹੈ। ਜਦੋਂ ਟਾਈਮ ਟੂ ਕੈਚ ਇਨਕਰੀਜ਼ ਹੋ ਗਿਆ ਦੈਨ ਚੇਂਜ ਇਨ ਮੋਮੈਂਟਮ ਤੇ ਫਿਕਸ ਹੀ ਰਹਿਣਾ, ਉਹਨੇ ਤੇ ਉਹਨਾਂ ਹੀ ਚੇਂਜ ਆਣਾ ਫਾਈਨਲ ਤੋਂ ਇਨੀਸ਼ੀਅਲ ਤੱਕ ਜਿਹੜਾ ਆਣਾ ਉਹ ਉਹਨਾਂ ਹੀ ਰਹਿਣਾ। ਨਾਓ ਟਾਈਮ ਟੂ ਕੈਚ ਵਧਣ ਦੇ ਨਾਲ ਸਾਡੀ ਜਿਹੜੀ ਫੋਰਸ ਹੈ ਬਾਲ ਕਰਕੇ ਜਿਹੜੀ ਹੈਂਡ ਤੇ ਲੱਗੇਗੀ ਉਹ ਘਟ ਜਾਂਦੀ ਹੈ। ਇਸ ਫਾਰਮੂਲੇ ਦੇ ਅਕੋਰਡਿੰਗ ਫਿਰ ਸਾਨੂੰ ਜਿਹੜਾ ਈਜ਼ੀ ਹੋ ਜਾਂਦਾ ਹੈ ਕੈਚ ਕਰਨਾ।
ਆਈ ਥਿੰਕ ਕਿ ਤੁਹਾਨੂੰ ਜਿਹੜਾ ਅੱਜ ਦਾ ਲੈਕਚਰ ਜਿਹੜਾ ਇੱਥੇ ਤੱਕ ਸਾਨੂੰ ਕਲੀਅਰ ਹੋ ਗਿਆ। ਨੈਕਸਟ ਲੈਕਚਰ ਦੇ ਵਿੱਚ ਜਿਹੜਾ ਹੈ ਅਸੀਂ ਨਿਊਟਨਸ ਦਾ ਜਿਹੜਾ ਹੈ ਥਰਡ ਲਾਅ ਉਹਦੇ ਬਾਰੇ ਅਸੀਂ ਜਿਹੜਾ ਹੈ ਉਹ ਆਪਾਂ ਡਿਸਕਸ ਕਰਾਂਗੇ। ਥੈਂਕ ਯੂ।